ਪਿਆਰੇ ਵਿਦਿਆਰਥੀਓ, ਸਤਿ ਸ਼੍ਰੀ ਅਕਾਲ। ਅੱਜ ਅਸੀਂ ਕਹਾਣੀ ਬੱਸ ਕੰਡਕਟਰ ਦੇ ਲੰਮੇ ਉੱਤਰਾਂ ਵਾਲੇ ਪ੍ਰਸ਼ਨਾਂ ਦੀ ਦੁਹਰਾਈ ਕਰਾਂਗੇ। ਪਹਿਲਾ ਪ੍ਰਸ਼ਨ ਹੈ, ਬੱਸ ਵਿੱਚ ਇੱਕ ਸਵਾਰ ਪਾਲੀ ਬਾਰੇ ਕੀ ਆਖਦਾ ਹੈ। ਬੱਚੇ, ਇਹਨਾਂ ਪ੍ਰਸ਼ਨਾਂ ਦੇ ਜੋ ਉੱਤਰ ਨੇ ਉਹ ਅਸੀਂ 50-60 ਸ਼ਬਦਾਂ ਵਿੱਚ ਦੇਣੇ ਨੇ। ਬੱਸ ਵਿੱਚ ਇੱਕ ਸਵਾਰ ਪਾਲੀ ਬਾਰੇ ਜੀਤ ਕੰਡਕਟਰ ਨੂੰ ਪੁੱਛਦਾ ਹੈ ਕਿ ਇਹ ਬੈਗ ਵਾਲੀ ਕੁੜੀ ਕਿੱਥੇ ਨੌਕਰੀ ਕਰਦੀ ਹੈ। ਜੀਤ ਨੇ ਦੱਸਿਆ ਕਿ ਇਹ ਕਿਸੇ ਹਸਪਤਾਲ ਵਿੱਚ ਵੱਡੀ ਡਾਕਟਰਨੀ ਹੈ ਅਤੇ 300 ਰੁਪਏ ਤਨਖਾਹ ਲੈਂਦੀ ਹੈ। ਉਸ ਵੇਲੇ ਉਹ ਮੁਸਾਫਿਰ ਕਹਿੰਦਾ ਹੈ ਕਿ ਚੰਗੇ ਘਰਾਣਿਆਂ ਦੀਆਂ ਕੁੜੀਆਂ ਜਿੰਨੀ ਮਰਜ਼ੀ ਕਮਾਈ ਕਰਨ ਲੱਗ ਜਾਣ, ਕਦੇ ਵੀ ਆਦਮੀਆਂ ਅੱਗੇ ਅੱਖ ਨਹੀਂ ਚੁੱਕਦੀਆਂ। ਉਹ ਪਾਲੀ ਦੀ ਸਿਫਤ ਕਰਦਿਆਂ ਕਹਿੰਦਾ ਹੈ ਕਿ ਉਹ ਕਈ ਵਾਰ ਪਟਿਆਲੇ ਗਿਆ ਹੈ, ਪਰੰਤੂ ਇਸ ਕੁੜੀ ਨੂੰ ਉਸਨੇ ਕਦੇ ਵੀ ਉੱਚੀ ਬੋਲਦੇ ਨਹੀਂ ਸੁਣਿਆ। ਭਾਵ ਕਿ ਇਹ ਕੁੜੀ ਕਿਸੇ ਚੰਗੇ ਘਰ ਦੀ ਹੈ, ਐਵੇਂ ਹਲਕਾਪਣ ਨਹੀਂ ਵਿਖਾਉਂਦੀ। ਅਗਲਾ ਪ੍ਰਸ਼ਨ ਹੈ, ਬੱਸ ਕੰਡਕਟਰ ਨੇ ਟਿਕਟ ਦੇਣ ਲੱਗਿਆਂ ਪਾਲੀ ਅਤੇ ਬੁੱਢੀ ਮਾਈ ਨਾਲ ਕਿਹੋ ਜਿਹਾ ਵਰਤਾਓ ਕੀਤਾ। ਦੋਵਾਂ ਨਾਲ ਬੇਟਾ ਉਸਦਾ ਵਰਤਾਓ ਅਲੱਗ-ਅਲੱਗ ਸੀ। ਬੱਸ ਕੰਡਕਟਰ ਜਦੋਂ ਪਾਲੀ ਨੂੰ ਟਿਕਟ ਦੇਣ ਲੱਗਿਆ ਤਾਂ ਉਸਨੇ 10 ਦਾ ਨੋਟ ਕੱਢ ਕੇ ਉਸਨੂੰ ਫੜਾਇਆ। ਕਿਉਂਕਿ ਕੰਡਕਟਰ ਕੋਲ ਟੁੱਟੇ ਪੈਸੇ ਨਹੀਂ ਸਨ, ਇਸ ਲਈ ਉਹ ਇਹ ਕਹਿ ਕੇ ਅੱਗੇ ਚਲਾ ਗਿਆ ਕਿ ਉਹ ਪੈਸੇ ਕੱਲ੍ਹ ਨੂੰ ਦੇ ਦੇਵੇ। ਅੱਗਿਓਂ ਇੱਕ ਬੁੱਢੀ ਮਾਈ ਨੇ ਵੀ 10 ਦਾ ਨੋਟ ਹੀ ਕੰਡਕਟਰ ਨੂੰ ਫੜਾਇਆ। ਕੰਡਕਟਰ ਥੋੜ੍ਹਾ ਖਿੱਝ ਕੇ ਮਾਈ ਨੂੰ ਬੋਲਿਆ ਅਤੇ ਬੱਸ ਤੋਂ ਉਤਰ ਕੇ ਤੁੜਵਾ ਕੇ ਲਿਆਉਣ ਲਈ ਕਿਹਾ। ਜਦੋਂ ਮਾਈ ਨੇ ਕਿਹਾ ਕਿ ਉਸਨੇ ਪਟਿਆਲੇ ਜ਼ਰੂਰੀ ਜਾਣਾ ਹੈ, ਕਿਤੇ ਬੱਸ ਨਾ ਤੁਰ ਪਵੇ, ਇਸ ਲਈ ਉਹ ਬਾਕੀ ਪੈਸੇ ਪਟਿਆਲੇ ਜਾ ਕੇ ਲੈ ਲਵੇਗੀ, ਤਾਂ ਕੰਡਕਟਰ ਚੁੱਪ ਕੀਤਾ। ਅਗਲਾ ਪ੍ਰਸ਼ਨ ਹੈ, ਬੱਸ ਕੰਡਕਟਰ ਬਾਰੇ ਪਾਲੀ ਦੇ ਮਨ ਵਿੱਚ ਕਿਹੋ ਜਿਹੇ ਵਿਚਾਰ ਆ ਰਹੇ ਸਨ। ਜਦੋਂ ਕੰਡਕਟਰ ਪਾਲੀ ਕੋਲੋਂ ਟਿਕਟ ਦੇ ਪੈਸੇ ਨਹੀਂ ਸੀ ਲੈਂਦਾ, ਉਸ ਲਈ ਖਾਸ ਤੌਰ 'ਤੇ ਸੀਟ ਦਾ ਪ੍ਰਬੰਧ ਕਰਕੇ ਰੱਖਦਾ ਸੀ, ਤਾਂ ਉਸਦੇ ਮਨ ਵਿੱਚ ਉਸ ਪ੍ਰਤੀ ਗੁੱਸਾ ਜਿਹਾ ਵੀ ਆਇਆ ਅਤੇ ਭੈੜਾ ਜਿਹਾ ਵੀ ਲੱਗਿਆ। ਹੋ ਸਕਦਾ ਹੈ ਉਸਨੂੰ ਉਸਦੀ ਨੀਅਤ 'ਤੇ ਵੀ ਸ਼ੱਕ ਹੋਵੇ। ਇੱਕ ਦਿਨ ਤਾਂ ਉਹ ਜਾਣ ਬੁੱਝ ਕੇ 5 ਮਿੰਟ ਲੇਟ ਬੱਸ ਅੱਡੇ 'ਤੇ ਪੁੱਜਦੀ ਹੈ, ਤਾਂ ਜੋ ਜੀਤ ਦੀ ਬੱਸ ਨਿਕਲ ਜਾਵੇ ਅਤੇ ਉਹ ਕਿਸੇ ਹੋਰ ਬੱਸ ਵਿੱਚ ਚਲੀ ਜਾਵੇ। ਪਰੰਤੂ ਜੀਤ ਓਨੀ ਦੇਰ ਬੱਸ ਨੂੰ ਤੋਰਨ ਵਿੱਚ ਹੀ ਲੇਟ ਕਰ ਦਿੰਦਾ ਹੈ। ਉਹ ਇਹ ਵੀ ਸੋਚ ਰਹੀ ਸੀ ਕਿ ਉਹ 300 ਰੁਪਏ ਮਹੀਨਾ ਕਮਾਉਣ ਵਾਲੀ ਕੁੜੀ ਨੂੰ ਮੁਫਤ ਬੱਸ ਵਿੱਚ ਸਫ਼ਰ ਕਿਉਂ ਕਰਵਾਉਂਦਾ ਹੈ, ਜਾਂ 300 ਰੁਪਇਆ ਕਮਾਉਣ ਵਾਲੀ ਕੁੜੀ ਬੱਸ ਵਿੱਚ ਸਫ਼ਰ ਫ੍ਰੀ ਕਿਉਂ ਕਰੇ। ਅਗਲਾ ਪ੍ਰਸ਼ਨ ਹੈ, ਬੱਸ ਵਿੱਚ ਟਿਕਟ ਚੈੱਕਰ ਦੇ ਚੜ੍ਹ ਜਾਣ ਨਾਲ ਪਾਲੀ ਕਿਉਂ ਡਰ ਰਹੀ ਸੀ। ਇੱਕ ਦਿਨ ਜੀਤ ਨੇ ਪਾਲੀ ਨੂੰ ਫਿਰ ਟਿਕਟ ਨਾ ਦਿੱਤਾ। ਪਾਲੀ ਨੂੰ ਉਸ ਦਿਨ ਗੁੱਸਾ ਵੀ ਆਇਆ। ਉਸਨੇ ਜੀਤ ਨੂੰ ਟਿਕਟ ਦੇਣ ਲਈ ਵਾਰ-ਵਾਰ ਕਿਹਾ ਵੀ, ਪਰ ਉਹ ਅੱਗੇ ਨਿਕਲ ਗਿਆ। ਉਹ ਹਾਲੇ ਸੋਚ ਹੀ ਰਹੀ ਸੀ ਕਿ ਬੱਸ ਵਿੱਚ ਚੈਕਰ ਚੜ੍ਹ ਪਿਆ। ਚੈਕਰ ਨੂੰ ਦੇਖ ਕੇ ਤਾਂ ਉਹ ਬਹੁਤ ਡਰ ਗਈ। ਡਰ ਨਾਲ ਉਸਦੇ ਪਸੀਨੇ ਛੁੱਟਣ ਲੱਗੇ। ਉਹ ਸੋਚਣ ਲੱਗੀ ਕਿ ਉਹ ਚੈਕਰ ਨੂੰ ਕਹਿ ਦੇਵੇਗੀ ਕਿ ਕੰਡਕਟਰ ਨੇ ਟਿਕਟ ਹੀ ਨਹੀਂ ਦਿੱਤਾ। ਫਿਰ ਉਹ ਸੋਚਣ ਲੱਗੀ ਕਿ ਕੰਡਕਟਰ ਤਾਂ ਉਸ ਨਾਲ ਨੇਕੀ ਕਰਦਾ ਹੈ, ਉਹ ਉਸਨੂੰ ਉਸਦੀ ਨੇਕੀ ਦਾ ਇਹੋ ਜਿਹਾ ਬਦਲਾ ਨਾ ਦੇਵੇ। ਆਖਰ ਉਸਨੇ ਇਹੋ ਮਨ ਵਿੱਚ ਫੈਸਲਾ ਕੀਤਾ ਕਿ ਉਹ ਕਹਿ ਦੇਵੇਗੀ ਕਿ ਉਹ ਹੀ ਟਿਕਟ ਲੈਣਾ ਭੁੱਲ ਗਈ ਹੈ। ਅਗਲਾ ਬੇਟਾ ਪ੍ਰਸ਼ਨ ਹੈ, ਹਸਪਤਾਲ ਵਿੱਚ ਪਾਲੀ ਨੂੰ ਕਿਹੜੀ ਗੱਲ ਬੇਚੈਨ ਕਰ ਰਹੀ ਸੀ। ਹਸਪਤਾਲ ਵਿੱਚ ਪਾਲੀ ਜੀਤ ਬਾਰੇ ਹੀ ਸੋਚਦੀ ਰਹੀ। ਉਸਦੀ ਨੀਚ ਨੀਅਤੀ ਬਾਰੇ ਸੋਚਦੀ ਰਹੀ। ਉਸਦੀ ਘੱਟ ਤਨਖਾਹ ਬਾਰੇ ਸੋਚਦੀ ਰਹੀ ਕਿ ਵਿਚਾਰਾ 60 ਰੁਪਏ ਤਨਖਾਹ ਵਿੱਚ ਗੁਜ਼ਾਰਾ ਕਿਵੇਂ ਕਰਦਾ ਹੋਵੇਗਾ। ਹੋ ਸਕਦਾ ਕਿਸੇ ਦਿਨ ਰੋਟੀ ਖਣੋ ਵੀ ਰਹਿ ਕੇ ਉਸਦੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇਗਾ। ਉਹ ਜੀਤ ਬਾਰੇ ਬਾਰ-ਬਾਰ ਸੋਚ ਕੇ ਬੇਚੈਨ ਹੁੰਦੀ ਰਹੀ। ਸ਼ਾਮ ਪੈਣ 'ਤੇ ਉਹ ਫਿਰ ਬੱਸ ਅੱਡੇ ਵੱਲ ਚੱਲ ਪਈ। ਅਗਲਾ ਪ੍ਰਸ਼ਨ ਹੈ, ਬੱਸ ਕੰਡਕਟਰ ਨੇ ਪਾਲੀ ਨਾਲ ਕਿਹੜਾ ਰਾਜ਼ ਸਾਂਝਾ ਕੀਤਾ। ਬੱਸ ਕੰਡਕਟਰ ਜੀਤ ਪਾਲੀ ਦਾ ਹਰ ਪੱਖੋਂ ਖਿਆਲ ਰੱਖਦਾ ਸੀ। ਉਸ ਕੋਲ ਟਿਕਟ ਦੇ ਪੈਸੇ ਨਾ ਲੈਂਦਾ, ਬੱਸ ਵਿੱਚ ਕਾਫੀ ਭੀੜ ਹੋਣ 'ਤੇ ਉਸ ਲਈ ਸੀਟ ਦਾ ਪ੍ਰਬੰਧ ਕਰਕੇ ਰੱਖਦਾ। ਇਹ ਗੱਲਾਂ ਨੂੰ ਸੋਚ ਕੇ ਪਾਲੀ ਹੈਰਾਨ ਹੁੰਦੀ ਰਹਿੰਦੀ ਕਿ ਪਤਾ ਨਹੀਂ ਜੀਤ ਦੇ ਮਨ ਵਿੱਚ ਕੀ ਹੈ ਜੋ ਉਹ ਉਸਦਾ ਇੰਨਾ ਖਿਆਲ ਰੱਖਦਾ ਹੈ। ਆਖਰ ਜੀਤ ਨੇ ਉਸਦੇ ਭਰਮ ਭੁਲੇਖੇ ਦੂਰ ਕਰਦਿਆਂ ਰਾਜ਼ ਖੋਲ੍ਹ ਹੀ ਦਿੱਤਾ। ਉਸਨੇ ਕਿਹਾ ਕਿ ਉਸਦੀ ਵੱਡੀ ਭੈਣ ਲਾਹੌਰ ਵਿੱਚ ਡਾਕਟਰੀ ਪੜ੍ਹਦੀ ਸੀ। ਰੌਲਿਆਂ ਵੇਲੇ ਉਹ ਉੱਥੇ ਹੀ ਮਾਰੀ ਗਈ। ਉਸਦੇ ਬਾਕੀ ਭੈਣ ਭਰਾ ਜਾਂ ਬਾਕੀ ਘਰ ਦੇ ਵੀ ਮਾਰੇ ਗਏ। ਉਹ ਰੁਲਦਾ ਖੁੱਲਦਾ ਇੱਥੇ ਪਹੁੰਚ ਗਿਆ। ਆਖਰ ਕੰਡਕਟਰ ਬਣ ਗਿਆ। ਜਦੋਂ ਉਸਨੇ ਬੈਗ 'ਤੇ ਟੂਟੀਆਂ ਦੇਖੀਆਂ ਤਾਂ ਉਸਨੂੰ ਉਸਦੀ ਭੈਣ ਅਮਰਜੀਤ ਦੀ ਯਾਦ ਆ ਗਈ। ਇਹ ਸੁਣ ਕੇ ਪਾਲੀ ਹੈਰਾਨ ਰਹਿ ਗਈ ਅਤੇ ਉਸ ਵੱਲ ਮੋਹ ਭਿੱਜੀਆਂ ਅੱਖਾਂ ਨਾਲ ਤੱਕਦੀ ਰਹੀ। ਅਗਲਾ ਬੇਟਾ ਪ੍ਰਸ਼ਨ ਹੈ, ਬੱਸ ਕੰਡਕਟਰ ਦਾ ਸੁਭਾਅ ਕਿਹੋ ਜਿਹਾ ਸੀ। ਸਾਰੀਆਂ ਗੱਲਾਂ ਇਹਦੇ ਵਿੱਚ ਹੀ ਆ ਜਾਣੀਆਂ ਨੇ, ਕਿਉਂਕਿ ਕਹਾਣੀ ਦੇ ਵਿੱਚ ਕੋਈ ਬਹੁਤ ਜ਼ਿਆਦਾ ਪਾਤਰ ਨਹੀਂ ਹੈਗੇ। ਬੱਸ ਕੰਡਕਟਰ ਜੀਤ ਦਾ ਸੁਭਾਅ ਨਿਰਛਲ, ਪ੍ਰੇਮ ਪਿਆਰ ਨਾਲ ਭਰਪੂਰ ਸੀ। ਤਾਈਓ ਤਾਂ ਉਹ ਲੇਡੀ ਡਾਕਟਰ ਪਾਲੀ ਨਾਲ ਬਹੁਤ ਪਿਆਰ ਕਰਦਾ ਸੀ। ਉਸਦਾ ਪਿਆਰ ਨਿਰਛਲ ਇਸ ਕਰਕੇ ਹੈ ਕਿਉਂਕਿ ਉਹ ਉਸਨੂੰ ਭੈਣ ਸਮਝ ਕੇ ਪਿਆਰ ਕਰਦਾ ਹੈ, ਜਿਸ ਵਿੱਚ ਉਹ ਆਪਣੀ ਮਰੀ ਹੋਈ ਭੈਣ ਅਮਰਜੀਤ ਨੂੰ ਵੇਖਦਾ ਹੈ। ਭਾਵੇਂ ਪਾਲੀ ਕਾਫੀ ਦੇਰ ਉਸਦੇ ਪਿਆਰ ਨੂੰ ਸਮਝ ਨਹੀਂ ਪਾਉਂਦੀ, ਪਰੰਤੂ ਅੰਤ ਵਿੱਚ ਜਦੋਂ ਉਹ ਆਪਣੇ ਪਿਆਰ ਦਾ ਰਾਜ਼ ਖੋਲ੍ਹਦਾ ਹੈ ਤਾਂ ਪਾਲੀ ਉਸਨੂੰ ਮੋਹ ਭਿੱਜੀਆਂ ਅੱਖਾਂ ਨਾਲ ਵੇਖਦੀ ਹੈ, ਜਿਸ ਵਿੱਚੋਂ ਉਸਦਾ ਭੈਣ ਭਰਾ ਦਾ ਪਿਆਰ ਛਲਕਦਾ ਮਹਿਸੂਸ ਹੁੰਦਾ ਹੈ।
ਕੰਡਕਟਰ ਜੀਤ ਦਾ ਰਵੱਈਆ ਬੱਸ ਦੀਆਂ ਸਵਾਰੀਆਂ ਨਾਲ ਕੁਝ ਅੜਬ ਜਿਹਾ ਹੈ। ਤਾਈਓ ਤਾਂ ਉਹ ਉਸ ਬੰਦੇ ਨੂੰ ਬੱਸ ਵਿੱਚੋਂ ਉਤਰ ਜਾਣ ਲਈ ਕਹਿੰਦਾ ਹੈ ਜਦੋਂ ਉਹ ਪਾਲੀ ਤੇ ਕੁਝ ਭੈੜੇ ਜਿਹੇ ਵਿਅੰਗ ਕੱਸਣ ਦੀ ਕੋਸ਼ਿਸ਼ ਕਰਦਾ ਹੈ। ਉਹ ਇੱਕ ਬਜ਼ੁਰਗ ਮਾਈ ਨਾਲ ਵੀ ਅੜਬ ਪੁਣਾਈ ਵਿਖਾਉਂਦਾ ਹੈ ਜਦੋਂ ਉਸ ਨੂੰ ਕਹਿੰਦਾ ਹੈ ਕਿ ਟਿਕਟ ਵਾਸਤੇ ਪੈਸੇ ਬਣਾ ਕੇ ਲਿਆਵੇ, ਪਰੰਤੂ ਜਦੋਂ ਮਾਈ ਕੁਝ ਤਰਲਾ ਜਿਹਾ ਮਾਰਦੀ ਹੈ ਤਾਂ ਉਸ ਦਾ ਦਿਲ ਪਸੀਜ ਜਾਂਦਾ ਹੈ। ਉਹ ਪਾਲੀ ਦੇ ਬਾਰੇ ਰਤਾ ਵੀ ਗੱਲ ਸੁਣਨ ਲਈ ਤਿਆਰ ਨਹੀਂ। ਜਦੋਂ ਬੱਸ ਵਿੱਚ ਸਵਾਰ ਕਲਰਕ ਪਾਲੀ ਬਾਰੇ ਕਹਿੰਦਾ ਹੈ ਕਿ ਮੇਮ ਸਾਹਿਬਾ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ, ਤਾਂ ਉਹ ਉਸ ਨੂੰ ਘੂਰ ਕੇ ਵੇਖਦਾ ਹੈ। ਉਸ ਨੂੰ ਪਾਲੀ ਦੇ ਰੁਤਬੇ ਤੇ ਤਨਖਾਹ ਬਾਰੇ ਵੀ ਜਾਣਕਾਰੀ ਹੈ। ਆਪਣੀ ਮਰੀ ਹੋਈ ਭੈਣ ਤੇ ਪਰਿਵਾਰ ਬਾਰੇ ਦੱਸ ਕੇ ਉਸ ਦਾ ਗਲਾ ਭਰ ਆਉਂਦਾ ਹੈ, ਕਿਉਂਕਿ ਉਸ ਕੋਲੋਂ ਪਰਿਵਾਰ ਦੀ ਜੁਦਾਈ ਬਰਦਾਸ਼ਤ ਨਹੀਂ ਹੁੰਦੀ। ਅਗਲਾ ਬੇਟੇ ਆਖਰੀ ਪ੍ਰਸ਼ਨ ਹੈ, ਬੱਸ ਦੀਆਂ ਸਵਾਰੀਆਂ ਨਾਲ ਕੰਡਕਟਰ ਜੀਤ ਦਾ ਰਵੱਈਆ ਕਿਹੋ ਜਿਹਾ ਹੈ? ਬੱਸ ਦੀਆਂ ਸਵਾਰੀਆਂ ਨਾਲ ਕੰਡਕਟਰ ਜੀਤ ਦਾ ਰਵੱਈਆ ਅਲੱਗ-ਅਲੱਗ ਕਿਸਮ ਦਾ ਹੈ। ਉਹ ਪੜ੍ਹੇ ਲਿਖੇ ਤੇ ਰੁਤਬੇ ਵਾਲੇ ਲੋਕਾਂ ਦੀ ਇੱਜ਼ਤ ਕਰਦਾ ਹੈ, ਜਿਵੇਂ ਉਹ ਪਾਲੀ ਦੀ ਇੱਕ ਡਾਕਟਰ ਹੋਣ ਕਰਕੇ ਇੱਜ਼ਤ ਕਰਦਾ ਹੈ। ਜੇ ਕੋਈ ਸਵਾਰੀ ਪਾਲੀ ਵੱਲ ਮਾੜੀ ਅੱਖ ਨਾਲ ਵੇਖਦੀ ਹੈ ਤਾਂ ਉਸ ਨੂੰ ਲੜਨ ਨੂੰ ਪੈਂਦਾ ਹੈ। ਜੋ ਸਵਾਰੀ ਪਾਲੀ ਬਾਰੇ ਚੰਗੀ ਨੀਅਤ ਨਾਲ ਗੱਲ ਕਰਦੀ ਹੈ ਉਸ ਨਾਲ ਉਹ ਪਿਆਰ ਨਾਲ ਗੱਲ ਕਰਦਾ ਹੈ। ਜਿਵੇਂ ਕਿਸੇ ਸਵਾਰੀ ਦੇ ਪੁੱਛਣ 'ਤੇ ਉਹ ਪਾਲੀ ਦੇ ਡਾਕਟਰ ਹੋਣ ਬਾਰੇ ਤੇ ਉਸਦੀ ਤਨਖਾਹ ਬਾਰੇ ਵੀ ਦੱਸ ਦਿੰਦਾ ਹੈ। ਕਈ ਵਾਰੀ ਉਹ ਸਵਾਰੀਆਂ ਨਾਲ ਖਿੱਚ ਕੇ ਵੀ ਬੋਲਦਾ ਹੈ। ਇੱਕ ਮਾਤਾ ਕੋਲ ਟੁੱਟੇ ਪੈਸੇ ਨਾ ਹੋਣ 'ਤੇ ਉਹ ਉਸਨੂੰ ਪੈਸੇ ਤੁੜਵਾ ਕੇ ਲਿਆਉਣ ਲਈ ਕਹਿੰਦਾ ਹੈ। ਜਿੱਦਣ ਵੀ ਬੱਸ ਵਿੱਚ ਭੀੜ ਹੁੰਦੀ ਹੈ ਉਹ ਬਿਨਾਂ ਟਿਕਟ ਸਵਾਰੀਆਂ ਨੂੰ ਫੜ ਕੇ ਉਤਾਰੀ ਜਾਂਦਾ ਹੈ। ਇੱਕ ਦਿਨ ਜਦੋਂ ਡਰਾਈਵਰ ਉਸਨੂੰ ਬੱਸ ਤੋਰਨ ਲਈ ਕਹਿੰਦਾ ਹੈ ਤਾਂ ਉਹ ਪਾਲੀ ਨੂੰ ਉਡੀਕਦਾ ਉਸਨੂੰ ਖਿੱਚ ਕੇ ਬੋਲਦਾ ਹੈ। ਜਿਸ ਸਵਾਰੀ ਨਾਲ ਪਿਆਰ ਹੈ ਉਸ ਦੇ ਲਈ ਉਹ ਕੁਝ ਵੀ ਕਰਨ ਲਈ ਤਿਆਰ ਹੋ ਜਾਂਦਾ ਹੈ। ਜਿਵੇਂ ਪਾਲੀ ਲਈ ਬੱਸ ਲੇਟ ਵੀ ਚਲਾਉਂਦਾ ਹੈ ਤੇ ਉਸਦੇ ਟਿਕਟ ਦੇ ਪੈਸੇ ਵੀ ਪੱਲਿਓਂ ਖਰਚਦਾ ਹੈ। ਇਸ ਤਰ੍ਹਾਂ ਬੇਟਾ ਸਾਡਾ ਇਹ ਪਾਠ ਦੀ ਦੁਹਰਾਈ ਸਮਾਪਤ ਹੁੰਦੀ ਹੈ। ਧੰਨਵਾਦ।